अस्सलाम वालेकुम नाजरीन, आप देख रहे हैं माई यूट्यूब चैनल की जाना मैं कौन। नाजरीन, आज की वीडियो में हम आपको जिस बुज़ुर्ग हस्ती के दरबार की ज़ियारत करवाएंगे उनका नाम है बाबा जलालुद्दीन कादरी रहमतुल्लाह अलैह। नाजरीन, बाबा जलालुद्दीन कादरी रहमतुल्लाह अलैह के खलीफा से ली गई मालूमात हम आपके साथ शेयर करेंगे और आपको बताएंगे कि बाबा जलालुद्दीन रहमतुल्लाह अलैह किन के मुरीद थे। आइए नाजरीन, आपको बाबा जलालुद्दीन रहमतुल्लाह अलैह के खलीफा सरवर की ज़बानी सुनवाते हैं। ਇਹੋ ਮਹੀਨਾ ਸੀ ਜੂਨ ਦਾ, ਜੁਲਾਈ ਦਾ। ਇੱਦਾਂ ਹੀ ਕਮਰਾ ਸੀ ਸਾਡਾ ਕੱਚਾ, ਅੰਗੀਠੀਆਂ ਬੂਰੇ ਦੀਆਂ ਭਰ ਲਈਆਂ, ਇੱਕ ਪੱਥਰ ਜਿਹਾ ਸੀ ਉਹਦੇ ਡੱਕੂ ਪਾਲ ਲੈ, ਉੱਧਰੋਂ ਗਰਮੀ ਉੱਧਰੋਂ ਨੇ ਭੰਬ ਲਾਤਾ ਤੇ ਬਹਿ ਗਿਆ ਸਬਕ ਪੜ੍ਹਨਾ। ਇੱਕ ਰਾਤ ਪੂਰੀ, ਇੱਕ ਦਿਨ ਲੱਗਾ ਸੀ। ਮੇਰੀ ਮਾਂ ਨੂੰ ਕਹਿੰਦਾ ਬੂਹਾ ਨਾ ਖੜਕਾਇਓ, ਜੇ ਮੈਂ ਬੂਹਾ ਖੋਲ ਦੂੰਗਾ ਸਮਝੋ ਤੁਹਾਡਾ ਮੁੰਡਾ ਆ ਜਾਊਗਾ। ਬੂਹਾ ਖੋਲ੍ਹਿਆ ਅਤੇ ਉਹਨਾਂ ਨੂੰ ਇਹ ਨਹੀਂ ਵੀ ਉਹਦਾ ਹਾਲ ਕੀ ਹੋਇਆ ਗਰਮੀ ਨਾਲ ਜਾਂ ਕਿਵੇਂ ਨਾ। ਬਾਬਾ ਕੀ ਬਣਿਆ ਫਿਰ? ਉਹਨੇ ਕਿਹਾ ਆ ਜਾਊਗਾ। ਮੁਸਾਇਆ ਦਾ ਵਿਆਹ ਕਦੋਂ ਆ? ਫਿਰ ਕੱਲ੍ਹ। ਕਿੰਨੇ ਵਜੇ ਬਰਾਤ ਆਉਣੀ ਆ? ਫਿਰ 10 ਵਜੇ। ਉਹਨੇ ਕਿਹਾ ਰੋਟੀ ਖਾਊਗਾ ਆ ਕੇ ਦੱਸ। ਮੈਂ ਆ ਬੜੀਆਂ ਇਹਦੀਆਂ ਬਾਬੇ ਦੀਆਂ ਗੱਲਾਂ, ਬੜੇ ਮੈਂ ਕਹਿੰਦੇ ਆ। ਮੇਰਾ ਕਾਰੋਬਾਰ ਨਹੀਂ ਸੀ ਕੋਈ ਵੀ ਹੈਗਾ। ਆ ਕਲੀਨ ਜਿਹੜੇ ਬਣਾਉਂਦੇ ਨਾ ਹੱਥ ਨਾਲ, ਇਹ ਨੱਡੇ ਫਿਰ ਅਤੇ ਜਿਹੜਾ ਬੰਦਾ ਆਵੇ ਨਾ ਗੱਡੀ 'ਤੇ ਆਉਂਦਾ ਸੀ ਮੇਰੇ ਕੋਲ। ਮੈਨੂੰ ਆਂਹਦਾ ਸਰਵਰ ਤੂੰ ਵੀ ਗੱਡੀ ਲੈ ਲਾ। ਮੈਂ ਕਿਹਾ ਤਾਇਆ ਗੱਡੀ ਲਈ ਦੀ ਆ, ਕੋਈ 20 25 40 50 ਅੱਡੇ ਹੋਣ 'ਤੇ, ਕਿਉਂਕਿ 3 ਕਲੀਨ ਆ, ਇਹਨਾਂ ਦੇ ਵਿੱਚੋਂ ਬਚਣਾ ਰੋਟੀ ਮਸਾਂ ਨਹੀਂ ਪੂਰੀ ਹੋਣੀ ਬੱਚਿਆਂ ਦੀ। ਕਹਿੰਦਾ ਅੱਛਾ, ਇਹ ਤਾਂ ਤੂੰ ਮੈਨੂੰ ਦੱਸਿਆ ਹੀ ਨਹੀਂ ਗਾ। ਇੰਨੀ ਗੱਲ ਕੀਤੀ। ਇੱਕ ਬੰਦਾ ਆਇਆ ਕਰਾਚੀਓਂ, ਚੌਧਰੀ ਅਖਤਰ ਉਹਦਾ ਨਾਂ ਸੀ। ਉਹ ਮਾਲ ਅੱਗੇ ਵੀ ਖੜਦਾ ਸੀ ਮੇਰੇ ਕੋਲੋਂ, 2-3 ਕਲੀਨ ਹੁੰਦੇ ਸੀ 4 ਮਹੀਨੇ। ਉਹ ਮੈਨੂੰ ਆਂਹਦਾ ਯਾਰ ਤੇਰਾ ਨਕਸ਼ਾ ਜਿਹੜਾ ਨਾ ਇਹ ਮੈਨੂੰ 100 ਪਨੀਰ ਚਾਹੀਦਾ ਵਾ। ਮੈਂ ਕਿਹਾ ਮੇਰੇ ਕੋਲ ਪੈਸੇ ਨਹੀਂ ਹੈਗੇ ਉਹਨੇ, ਮੈਂ ਤਾਂ ਇਹੋ ਹੀ ਬਣਾ ਸਕਦਾ। ਉਹ ਮੈਨੂੰ 50,000 ਰੁਪਇਆ ਦੇ ਗਿਆ। 300 ਰੁਪਏ ਦੀ ਖੱਡੀ ਬਣਦੀ ਕਲੀਨਾਂ ਦੀ, ਮੈਂ 40 ਖੜੀਆਂ ਬਣਵਾ ਲਈ। 8 ਦਿਨਾਂ ਬਾਅਦ ਫਿਰ ਆਇਆ, 3 ਕਲੀਨ ਲੈ 50,000 ਰੁਪਏ ਦੇ ਗਿਆ। 70 ਤੇ 72 ਤੇ 76 ਖੜੀਆਂ ਹੋ ਗਈਆਂ ਮੇਰੀਆਂ ਕਲੀਨਾਂ। ਮੈਨੂੰ ਉਹਦਾ ਚਾਹ ਪਿਆ ਇਹ ਕਹਿੰਦਾ ਗੱਡੀ ਨਹੀਂ ਲੈਂਦਾ ਤੂੰ, ਅਜੇ ਹੋਈਆਂ ਨਹੀਂ ਪੂਰੀਆਂ। ਯਾਨੀ ਕਿ ਐਵੇਂ ਜਿਹੜੀ ਗੱਲ ਕਰਦੇ ਠਾ ਜਾਂਦੀ ਸੀ ਪੂਰੀ। ਫਿਰ ਇਹਨੇ 8 ਦਿਨ ਮੌਤ ਪਹਿਲੋਂ ਦੱਸਦੀ ਸੀ ਆਪਣੀ। 8 ਦਿਨ ਪਹਿਲੇ ਰੂਲਾਂ ਵਾਲੀ ਦਿੰਦੇ ਸਾਂ, ਉੱਥੇ ਹੀ ਕਾਰੋਬਾਰ ਸੀ ਮੇਰਾ। ਅੱਛਾ। ਇਹ ਵੀ ਮੇਰੇ ਕੋਲ ਚਲੇ ਗਿਆ। ਅੱਛਾ। ਕਹਿਣ ਲੱਗਾ ਸਰਵਰ ਚੱਲੀਏ ਯਾਰ, ਤਬੀਅਤ ਖਰਾਬ ਹੋ ਗਈ, ਅੰਬਾਂ ਦੀ ਮੌਸਮ ਆ ਅਤੇ ਇੱਥੇ ਮਹਿਮਾਨਾਂ ਨੇ ਆਉਣਾ, ਆਪਣੇ ਕੋਲ ਜਗ੍ਹਾ ਥੋੜ੍ਹੀ ਆ। ਮੈਂ ਕਿਹਾ ਠੀਕ ਆ। ਆਈਐਸ ਕਰਾਈ 600 ਰੁਪਈਆ ਉਹਨੂੰ ਦਿੱਤਾ। ਆਈਐਸ ਬੱਚੇ ਵੀ ਲੈ ਲਾ ਨਾਲ ਉਰੇ ਪਰੇ। ਅਤੇ ਰਸਤੇ 'ਚ ਮੈਨੂੰ ਆਉਂਦਾ ਵੀ ਅੱਜ ਜੁਮੇਰਾਤ ਆ, ਇੱਕ ਅਗਲੀ ਜੁਮੇਰਾਤ ਸਾਡੀ ਤਿਆਰੀ ਹੈ। ਔਰ ਮੈਂ ਕਿਹਾ ਬੁਖਾਰ ਚੜ੍ਹਿਆ ਹੋਵੇ ਵਜ੍ਹਾ ਨਾ ਕਰਦਾ। ਮੈਂ ਆਪਣੇ ਬਿੱਲ ਨਾਲ 50,000 ਰੁਪਇਆ ਦਿੱਤਾ। ਮੈਂ ਕਿਹਾ ਵੀ ਕੱਲ੍ਹ ਨੂੰ ਆਖਰ ਨੂੰ ਵੀ ਰਿਹਾ ਇਹਦੇ ਕੋਲ ਆ ਦਵਾ ਦਾਰੂ ਅਸੀਂ ਕਰਾਈਏ ਅਤੇ ਇਹ 50,000 ਰੁਪਇਆ ਲੈ ਲਾ। ਜੋ ਦਾਰੂ ਦਵਾ ਹੋਵੇ ਨਾ ਇਹਦੇ ਕਰਾਉਣੀ ਹੈ, ਅਤੇ ਜੋ ਪੈਸੇ ਜਦੋਂ ਥੋੜ੍ਹੇ ਰਹੇ ਨੂੰ ਮੈਨੂੰ ਦੱਸ ਦੇਣਾ। ਮੈਂ ਬਾਹਰ ਨੂੰ ਆਇਆ ਵਾਂ, ਮੇਰੇ ਅੱਬੇ ਨੂੰ ਕਹਿਣ ਲੱਗਾ ਵੀ ਤੁਹਾਡਾ ਵੇਟ ਕੇ ਨਾ ਪੈਸੇ ਰੱਖ ਲਾ, ਇਹ ਇਹਨੂੰ ਜੁਮੇ ਵਾਲੇ ਦਿਨ ਮੋੜਨੇ ਆ ਪੈਸੇ, ਪਹਿਲੋਂ ਨਹੀਂ ਮੋੜਨੇ। ਨਹੀਂ ਤਾਂ ਇਹਨੇ ਤੈਨੂੰ ਖਾਈ ਆਉਣਾ ਵੀ ਤੂੰ ਪੈਸੇ ਨਹੀਂ ਖਰਚੇ, ਤੂੰ ਦਵਾ ਨਹੀਂ ਲਿਆਂਦੀ, ਤੂੰ ਉਹ ਨਹੀਂ ਕੀਤਾ। ਚਲੋ ਜੀ ਕਰਦਿਆਂ ਕਰਾਉਂਦੇ ਨਾਲ ਜੁਮੇਰਾਤ ਆ ਗਈ। ਜੁਮੇਰਾਤ ਆਈ ਆ, 3 ਵਜੇ ਮਸੀਤੇ ਨਹਾ ਕੇ ਆਇਆ। ਸਾਡੀ ਗਲੀ ਹੋਈ ਮਸੀਤ ਨਹਾ ਕੇ ਉਦੋਂ ਕਰਕੇ ਆ ਕੇ ਨਾ ਮੰਜੇ 'ਤੇ ਬਹਿ ਗਿਆ। ਮੈਨੂੰ ਆਉਂਦਾ ਸਰਵਰ ਵਾਲਾ ਘੜੀ ਲੈ ਲਾ, ਆ ਮੁੰਦਰੀਆਂ ਫੜ ਲਾ ਤੂੰ ਅਤੇ ਘੜੀ ਲੈ ਲਾ ਅਤੇ 5 ਵਜੇ ਆਪਣੀ ਤਿਆਰੀ ਹੈ। 5 ਵਜੇ ਆਪਣੀ ਤਿਆਰੀ ਹੈ। 2 ਮਸਾਏ ਸਾਡੇ ਆਏ ਵੀ ਕੋਈ ਇੱਕ ਨੇ ਮੁਰਗਾ ਕਿਹਾ ਪਕਾਇਆ ਲੜਨ ਵਾਲਾ, ਇੱਕ ਨੇ ਕਿਹਾ ਪਾ ਵੀ ਪਕਾਇਆ ਨੂੰ ਜਲਦੀ। ਉਹਨਾਂ ਨੂੰ ਕਹਿੰਦਾ, ਮੈਨੂੰ ਕਹਿੰਦਾ ਇਹਨਾਂ ਦੇ ਮੁਰਗੇ ਮਰਗੇ ਨਹੀਂ ਪੱਕਣੇ, ਸਾਡੀ ਰੋਟੀ ਤਿਆਰ ਹੈ। ਅੱਛਾ। ਮੇਰੀ ਮਾਂ ਨੂੰ ਨਾ ਔਰਤ ਨੂੰ ਕਿਸੇ ਨੂੰ ਵੀ ਹੱਥ ਨਹੀਂ ਲਾਉਣ ਦਿੰਦਾ ਆਪਣੀ।
10 ਕੁ ਮਿੰਟ ਰਹਿੰਦਾ ਤੇ ਮੇਰੀ ਮਾਂ ਨੂੰ ਆਵਾਜ਼ ਮਾਰੀ, ਕਹਿੰਦੀ ਨਹੀਂ ਹਾਂ ਘੁੱਟ ਲਾ ਪੈਰ। ਉਹ ਕਹਿਣ ਲੱਗੀ ਭਾਈ ਆ ਪੈਰ ਤੇ ਸੁੱਜੇ ਆ। ਇਹ ਕਹਿੰਦਾ 5-4 ਮਿੰਟ ਸਾਰੀ ਸੋਚ ਲੈ ਜਾਣੀ। ਅੱਛਾ ਮੈਨੂੰ ਨਾ 20 ਮਿੰਟ ਰਹਿੰਦੇ ਆ। ਕਹਿੰਦਾ ਟਾਈਮ ਕੀ ਹੋਇਆ? ਮੈਂ ਕਹਿੰਦਾ ਇੱਧਰ ਇੱਕ ਬੰਦਾ ਹੋਣਾ ਵਾ ਤੇ ਮੈਨੂੰ ਥੱਲੇ ਜੋ ਉਤਾਰਨਾ ਨਾ, ਉਸ ਬੰਦੇ ਨੂੰ ਡੀਕ ਕੇ ਉਤਾਰਨਾ। ਮੇਰਾ ਪਿਓ ਕਾਲਾ ਜਿਹਾ ਤੇ ਤੈਨੂੰ ਮੈਂ ਨਸੀਹਤ ਕਰਦਾ ਵੀ ਮੈਨੂੰ ਥੱਲੇ ਨਹੀਂ ਲਾਉਣਾ। ਮੈਂ ਵੀ ਇਹਨੂੰ ਬੰਦਾ ਮਾਰ ਜੁਮੇ ਦਾ ਦਿਨ ਸੀ, ਜਨਾਜ਼ਾ ਵੀ ਇੱਥੇ ਪੜ੍ਹਾਇਆ ਸੀ। ਗਰਮੀ ਬੜੀ, ਮੇਰੇ ਅੱਬੇ ਨੇ ਮੇਰੇ 2-3 ਧੱਕਾ ਵੀ ਦਿੱਤਾ, ਮਾਰੀਆਂ ਮੈਂ ਕਿਹਾ ਤੇ ਹੋ ਹੀ ਨਹੀਂ ਸਕਦਾ। ਉਹ ਝਗੜਨ ਡਏ ਆ ਤੇ ਉਹ ਗੱਲ ਇੱਕ ਹੱਥ ਹਰੀ ਚਾਦਰ ਪਾਈ ਤੇ ਦੌੜਿਆ ਆਉਣ ਡਿਆ। ਇੱਥੇ ਆ ਕੇ ਰੇਹੜੀ ਖਿਲਾਰੀ ਆ ਤੇ ਕਹਿੰਦਾ ਜੀ ਨਾ ਇਹਨੇ ਤਾਰੇ ਥੱਲੇ ਕਰਾਨ ਦੀ 2 ਸਾਈਡਾਂ ਤੇ ਕਰਾਨ। ਉਹਨੂੰ ਮੈਂ ਪੁੱਛਿਆ ਵੀ ਸਾਨੂੰ ਤੇ ਇਹਨੇ ਕਿਹਾ ਸੀ ਤੇ ਤੈਨੂੰ ਕਿਵੇਂ ਮਾਰ ਲਵਾਤੇ? ਉਹਨੇ ਕਿਹਾ ਮੇਰੇ ਪੀਰ ਨੂੰ ਹੋ ਗਿਆ 28 ਸਾਲ ਤੇ ਮੈਨੂੰ ਉਹ ਖਾਬ 'ਚ ਮਿਲਿਆ ਵੀ ਫਲਾਣੀ ਜਗ੍ਹਾ ਤੇ ਸਾਰੇ ਲੋਕ ਦਫਨ ਹੋਣਾ ਤੇ ਕਰਾਨ ਵੀ ਇਹਨਾਂ ਆਪਣੇ ਉੱਥੇ ਦਫਨ ਕਰਨਾ। ਫਿਰ ਮੈਨੂੰ ਕਹਿੰਦਾ ਵੀ ਤੂੰ ਐਵੇਂ ਕਰੀ ਉੱਚ ਸ਼ਰੀਫ ਜਾਣਾ। ਉਹ ਮੇਰੇ ਨਾਲ ਬੜੀ ਮੁਹੱਬਤ ਆ, ਮੈਂ ਵੀ ਉਹਦੇ ਕੋਲ ਜਾਂਦਾ ਰਿਹਾ ਵਾਂ, ਉਹਨੂੰ ਤੂੰ ਨਾਲ ਜਾ ਗਿਆ। ਸਮਾਂ ਠੀਕ ਆ। ਫਿਰ ਮੈਨੂੰ ਕਹਿੰਦਾ ਖੜੋਇਆ ਯਾਰ ਰਹਿਣ ਦੇ। ਕਹਿੰਦਾ ਕੀ ਟਾਈਮ ਹੋ ਗਿਆ? ਮੈਂ ਕਿਹਾ 2 ਮਿੰਟ ਰਹਿੰਦੇ ਆ 5 ਵਜੇ। ਤੇ ਇਸ ਤਰ੍ਹਾਂ ਉਹਦੇ ਮੰਜੀ 'ਚ ਉੱਠ ਕੇ ਬਹਿ ਕੇ ਯਾਰ ਕਲਮਾ ਪੜ੍ਹੋ, ਐਵੇਂ ਬੈਠੇ ਆਰਾਮ ਨਾਲ ਸਾਡੇ ਦੂਸਰੀ ਪੜ੍ਹੋ। ਜਦੋਂ ਪੂਰੇ 5 ਵਜੇ ਮੈਨੂੰ ਇਸ਼ਾਰਾ ਕੀਤਾ ਵੀ ਐਵੇਂ, ਤੇ ਮੈਂ ਅੱਗੋਂ ਨਹੀਂ ਕਿਹਾ ਵੀ ਪੂਰੇ 5 ਨਹੀਂ ਵਜੇ ਕਿਹਾ। ਤੇ ਉਹਨੇ ਕਿਹਾ ਅੱਛਾ ਵੀ ਖੁਦਾ ਜੇ ਆਪਣੀ ਮੌਤ ਨੇ ਆ ਕੇ ਪਹਿਲਾਂ ਦੱਸਦੀ ਸੀ ਔਰ ਟਾਈਮ ਦੱਸਦਾ ਸੀ। ਤੇ ਰੋਟੀ ਰਾਤ ਨੂੰ ਖਾਂਦੇ ਨਾ ਪੀਰਾਂ ਦੇ, ਮੈਂ ਉੱਥੇ ਬੜਾ ਇਹਦੇ ਪੀਰਾਂ ਕੋਲ ਰਿਹਾ ਜਾ ਕੇ, ਛੋਟਾ ਜਿਹਾ ਹੁੰਦਾ। ਪੀਰ ਕਿੱਥੋਂ ਦੇ ਸੀ? ਸਿਆਲਕੋਟ ਦਸਤੇ ਦੇ ਲਾਗੇ ਆ, ਬਡਾਲਾ ਸੰਧੂਆਂ ਦਾ। ਅੱਛਾ। ਤੇ ਉੱਥੇ ਮੈਂ ਚੱਲ ਜਾਣਾ, ਜੋ ਘਰ ਲੜਨਾ ਉਹਨਾਂ ਨੂੰ ਉੱਥੇ ਚੱਲ ਜਾਣਾ। ਰੋਟੀ ਮੈਨੂੰ ਦੇ ਦੇਣੀ, ਆਪਣੀਆਂ ਨੇ ਰੋਟੀਆਂ ਰੱਖ ਲੈਣੀਆਂ 2 ਪੈਲੀਆਂ ਹੀ 4 ਸਵੇਰੇ ਪਾਣੀ ਪੂਣੀ ਲਾਉਂਦੇ ਸੀ ਲੋਕ। ਇਹਨੇ 9 ਵਜੇ ਆਵਾਜ਼ ਦੇਣੀ ਵੀ ਕਿਸੇ ਨੂੰ ਕੋਈ ਤਮਾ ਹੋਵੇ ਰੋਟੀ ਵੀ ਤੇ ਆ ਜਾਏ। ਕਿਸੇ ਨਾ ਕਿਸੇ ਨੇ ਆ ਜਾਣਾ, ਬਾਬਾ 1 ਰੋਟੀ ਦੇ ਦੇ। 1 ਉਹਨੂੰ ਦੇ ਦੇਣੀ, ਅੱਧੀ ਆਪ ਖਾ ਲੈਣੀ, ਅੱਧੀ ਕੁੱਤੇ ਨੂੰ ਪਾ ਦੇਣੀ। ਮੈਂ 2 ਦਿਨ ਮੈਂ ਬਾਬਾ ਤੂੰ ਖਾਣਾ ਕੀ ਹੈ ਰੋਟੀ? ਤੂੰ ਕਹਿੰਦੇ ਪੁੱਤ ਰੋਟੀ ਖਾਈ ਹੈ ਫਿਰ ਰਾਤ ਨੂੰ ਸੌਂ ਜਾਈਦਾ, ਨੀਂਦ ਆਉਂਦੀ ਹੈ। ਸ਼ਾਮ ਦੀ ਨਮਾਜ਼ ਪੜ੍ਹ ਕੇ ਨਾ ਬਹਿੰਦਾ ਸੀ, ਫੱਟਾ ਬਣਾਇਆ ਸੀ ਤੇ ਸੁਬਾਹ ਦੀ ਪੜ੍ਹ ਕੇ ਉੱਠਦਾ ਸੀ। ਇਸ਼ਾ ਦੀ ਵੀ ਉੱਥੇ ਹੀ ਪੜ੍ਹਨੀ ਆ, ਮੁੜ ਕੇ ਨੇ 2 ਵਜੇ ਨਫਲ ਵੀ ਪੜ੍ਹਨੇ ਆ, ਫਜਰ ਦੀ ਵੀ ਪੜ੍ਹਨੀ ਆ, ਫਿਰ ਕੁਰਾਨ ਨੂੰ ਵੀ ਪੜ੍ਹਨਾ। पढ़ के फिर वो फटे से माड़ा टेढ़ा हो जाना वा, फिर इन्हें मैनू आवाज़ नहीं होए। नाजरीन मज़ीद वीडियोस के लिए हमारे चैनल को सब्सक्राइब करें और बेल आइकॉन के बटन को क्लिक करें।